ਵਾਹਿਗੁਰੂ ਸਾਹਿਬ ਜੀਓ। ਬਿਲਾਵਲ विद्या ना परों बात नहीं जानो। हार गुण कथत सुनत बौरानो। मेरे बाबा मैं बौरा सब खालक सयानी। मैं बौरा मैं बिगड़ियो बिगड़े मत औरा रहाओ। आप ना बौरा राम कियो बौरा। सतगुर जार गयो भ्रम मोरा। मैं बिगड़े अपनी मत खोई। मेरे भरम भूलो मत कोई। सो बौरा जो आप ना पछाने। आप पछाने तां इक जाने। अबै ना माता सो कभू ना माता। कहे कबीर रामै रंग राता। परम सत्कारयोग परम सन्मान योग जुगो जुग अटल। चबर छतर तखत और वखत दे मालक। साहिब कमाल शब्द गुरु धन धन साहिब श्री गुरु ग्रंथ साहिब जीओ महाराज। तिन्हां दी पावन पवित्र निगी गोद दा आनंद मान रहे। गुरु प्यारे गुरु सवारे सत संगी जनो वड भागे हाँ। धन श्री गुरु ग्रंथ साहिब महाराज जी दे हजूर जुड़ मिल बैठ विचारां सांझियां करन दा सुभागा समा प्राप्त होया है। जो पावन शब्द दास ने आप जियां दे नाल सांझा कीता है।
ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਕ 855 ਉੱਪਰ ਸ਼ੋਭਾਇਮਾਨ ਹੈ। ਭਗਤ ਕਬੀਰ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਮਝਾਇਆ ਹੈ। ਭਗਤ ਕਬੀਰ ਜੀ ਨੇ ਆਖਿਆ, ਲੋਕਾਂ ਦੇ ਭਾਣੇ ਮੈਂ ਕਮਲਾ ਹਾਂ। ਲੋਕ ਆਪਣੇ ਆਪ ਨੂੰ ਸਿਆਣਾ ਤੇ ਮੈਨੂੰ ਕਮਲਾ ਸਮਝਦੇ ਨੇ। ਤੇ ਨਾਲ ਹੀ ਇਸ ਪਾਵਨ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਨੇ ਸਮਝਾਇਆ ਹੈ ਕਿ ਅਸਲ ਦੇ ਵਿੱਚ ਕਮਲਾ ਹੈ ਕੌਣ। ਲੋਕ ਕਮਲਾ ਕਿਹਨੂੰ ਕਹਿ ਰਹੇ ਨੇ, ਪਰ ਅਸਲ ਦੇ ਵਿੱਚ ਭਗਤ ਕਬੀਰ ਜੀ ਨੇ ਆਖਿਆ ਹੈ, ਸੋ ਬੌਰਾ ਜੋ ਆਪ ਨਾ ਪਛਾਣੈ। ਕਿ ਅਸਲ ਦੇ ਵਿੱਚ ਕਮਲਾ ਝੱਲਾ ਮਨੁੱਖ ਉਹ ਹੈ ਜੋ ਜ਼ਿੰਦਗੀ ਦੇ ਅੰਦਰ ਆਪਣੇ ਅਸਲੇ ਦੀ ਪਹਿਚਾਣ ਨਹੀਂ ਕਰਦਾ, ਆਪਣੇ ਮੂਲ ਦੀ ਪਹਿਚਾਣ ਨਹੀਂ ਕਰਦਾ, ਉਹ ਅਸਲ ਦੇ ਵਿੱਚ ਕਮਲਾ ਹੈ। ਸੋ ਆਓ ਇਸ ਪਾਵਨ ਸ਼ਬਦ ਨੂੰ ਸਮਝਣ ਤੋਂ ਪਹਿਲਾਂ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਫਤਿਹ ਦੇ ਨਾਲ ਸਾਂਝ ਪਾ ਲਈਏ। ਇੱਕੇ ਹੀ ਵਾਰ ਕਹਿਣ ਤੇ ਬੜੇ ਅਦਬ ਸਤਿਕਾਰ ਦੇ ਨਾਲ ਫਤਿਹ ਪ੍ਰਵਾਨੋ ਜੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਨੇ ਰਾਹਾਉ ਵਾਲੇ ਬੰਦ ਦੇ ਅੰਦਰ ਫਰਮਾਇਆ ਹੈ, ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਹੇ ਪਿਆਰੇ ਸੱਜਣ ਮਿੱਤਰ, ਲੋਕਾਂ ਦੇ ਭਾਣੇ ਮੈਂ ਕਮਲਾ ਹਾਂ। ਲੋਕ ਸਿਆਣੇ ਹਨ ਤੇ ਮੈਂ ਕਮਲਾ ਹਾਂ। ਮੈਂ ਬਿਗੜਿਓ ਬਿਗੜੈ ਮਤ ਔਰਾ। ਬਿਗੜਿਓ ਭਾਵ ਵਿਗੜ ਗਿਆ ਹਾਂ। ਲੋਕਾਂ ਦੇ ਖਿਆਲ ਵਿੱਚ ਮੈਂ ਕੁਰਾਹੇ ਪੈ ਗਿਆ। ਲੋਕ ਸਮਝਦੇ ਨਹੀਂ ਕਿ ਪਾਗਲ ਹੈ, ਝੱਲਾ ਹੈ, ਇਹ ਕੁਰਾਹੇ ਪੈ ਗਿਆ, ਗਲਤ ਰਸਤੇ ਉੱਤੇ ਤੁਰ ਪਿਆ ਹੈ। ਲੋਕਾਂ ਦੇ ਖਿਆਲ ਹਨ ਜੋ ਭਗਤ ਕਬੀਰ ਜੀ ਦੇ ਪ੍ਰਤੀ ਭਗਤ ਕਬੀਰ ਜੀ ਨੇ ਆਖਿਆ, ਲੋਕਾਂ ਦੇ ਭਾਣੇ ਮੈਂ ਕਮਲਾ ਹਾਂ ਤੇ ਕੁਰਾਹੇ ਪੈ ਗਿਆ। ਕਿਉਂ? ਲੋਕ ਕਮਲਾ ਤੇ ਝੱਲਾ ਕਿਉਂ ਸਮਝਦੇ ਸੀ? ਕਿਉਂਕਿ ਭਗਤ ਕਬੀਰ ਜੀ ਨੇ ਸੱਚ ਦੇ ਰਸਤੇ ਉੱਤੇ ਤੁਰਨਾ ਸ਼ੁਰੂ ਕਰ ਦਿੱਤਾ। ਭਗਤ ਕਬੀਰ ਜੀ ਕਹਿੰਦੇ, ਕਿਉਂਕਿ ਮੈਂ ਆਪਣੇ ਗੁਰੂ ਦੇ ਰਾਹ ਤੇ ਤੁਰ ਕੇ ਅਕਾਲ ਪੁਰਖ ਪਰਮਾਤਮਾ ਦਾ ਭਜਨ ਕਰਦਾ ਹਾਂ, ਸਿਮਰਨ ਕਰਦਾ ਹਾਂ, ਚੇਤੇ ਕਰਦਾ ਹਾਂ। ਪਰ ਲੋਕ ਆਪਣਾ ਧਿਆਨ ਰੱਖਣ ਇਸ ਕੁਰਾਹੇ ਹੋਰ ਕੋਈ ਨਾ ਪਏ। ਭਗਤ ਕਬੀਰ ਜੀ ਕਹਿੰਦੇ, ਲੋਕ ਮੈਨੂੰ ਕਹਿੰਦੇ ਨੇ ਕਮਲਾ ਹੈ, ਝੱਲਾ ਹੈ, ਇਹ ਕੁਰਾਹੇ ਪੈ ਗਿਆ ਹੈ, ਗਲਤ ਰਸਤੇ ਉੱਤੇ ਤੁਰ ਪਏ, ਕਿਉਂਕਿ ਮੈਂ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦਾ ਹਾਂ। ਭਗਤ ਕਬੀਰ ਜੀ ਕਹਿੰਦੇ, ਠੀਕ ਹੈ ਮੈਂ ਝੱਲਾ ਹਾਂ, ਪਰ ਲੋਕ ਆਪਣਾ ਧਿਆਨ ਰੱਖਣ, ਉਹ ਸਹੀ ਰਹਿਣ, ਮੈਂ ਝੱਲਾ ਹੀ ਠੀਕ ਹਾਂ। ਭਗਤ ਕਬੀਰ ਜੀ ਕਹਿੰਦੇ, ਲੋਕ ਆਪਣਾ ਖਿਆਲ ਰੱਖਣ, ਇਸ ਕੁਰਾਹੇ ਹੋਰ ਕੋਈ ਨਾ ਪਵੇ। ਜੇਕਰ ਜਿਸ ਰਸਤੇ ਉੱਤੇ ਮੈਂ ਤੁਰਿਆ ਹਾਂ ਲੋਕਾਂ ਦੇ ਭਾਣੇ ਇਹ ਰਸਤਾ ਠੀਕ ਨਹੀਂ, ਗਲਤ ਹੈ, ਤਾਂ ਲੋਕ ਆਪਣਾ ਧਿਆਨ ਰੱਖਣ, ਇਸ ਕੁਰਾਹੇ ਨਾ ਪੈਣ, ਉਹ ਸਹੀ ਰਸਤੇ ਉੱਤੇ ਤੁਰੇ ਜਾਣ, ਆਪਣਾ ਖਿਆਲ ਰੱਖਣ। ਮੇਰੇ ਬਾਬਾ ਮੈਂ ਬੌਰਾ, ਮੈਂ ਪਾਗਲ ਨਾ, ਮੈਂ ਕਮਲਾ ਹਾਂ। ਸਭ ਖਲਕ ਸਿਆਣੀ, ਲੋਕ ਸਿਆਣੇ ਨਹੀਂ, ਮੈਂ ਬੌਰਾ, ਮੈਂ ਝੱਲਾ ਹਾਂ। ਮੈਂ ਬਿਗੜਿਓ ਬਿਗੜੈ ਮਤ ਔਰਾ, ਮੈਂ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦਾ ਹਾਂ। ਲੋਕਾਂ ਦੇ ਭਾਣੇ ਜੇਕਰ ਇਹ ਰਸਤਾ ਗਲਤ ਹੈ ਤਾਂ ਲੋਕ ਆਪਣਾ ਖਿਆਲ ਰੱਖਣ। ਹੁਣ ਜਿੱਥੇ ਆਪਾਂ ਭਗਤ ਕਬੀਰ ਜੀ ਦੇ ਪਾਵਨ ਬਚਨ ਆਸਾ ਰਾਗ ਦੇ ਅੰਦਰ ਵੀ ਪੜ੍ਹਦੇ ਹਾਂ। ਭਗਤ ਕਬੀਰ ਜੀ ਨੇ ਆਖਿਆ ਹੈ, ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ ਕਿਨ ਬਿਦ ਰਹਿਨ ਰਹੋ ਰੇ। ਉੱਥੇ ਭਗਤ ਕਬੀਰ ਜੀ ਨੇ ਇਹ ਵੀ ਆਖਿਆ ਕਿ ਮੇਰੀ ਅਕਲ ਮਾਰੀ ਗਈ ਹੈ, ਮੈਂ ਪਰਮਾਤਮਾ ਨੂੰ ਭੁਲਾ ਦਿੱਤਾ।
हे वीर हुण इस हालत विच उमर किवें गुजरेगी, उमर बतीत किवें होवेगी। हुण देखो जदों आपां भगत कबीर जी की बाणी नूं पढ़दे हां, शब्द पढ़दे हां, भगत कबीर जी ने आप अपनी बाणी के अंदर आख्या है कि जब हम एको एक कर जाने तब लोगां काहे दुख माने। कि पहला जेकर जो कुछ लोग करते सी मैं भी करता सी तां मैं लोकां दी नज़रां चंगा सां। जदों एक दी गल करनी शुरू कर दिती, एक दा भजन कीता, तां भगत कबीर जी कहंदे दुनिया दे लोकां ने दुख मनाया ते मैनूं झल्ला भी आखिया। लोकां ने आखिया ये कुराहे पै गया है। ते भगत कबीर जी ने आखिया मेरी मत बौरी मैं राम विसारियो किन बिद रहन रहो रे। भगत कबीर जी कहंदे मेरी अकल मारी गई है, मैं परमात्मा नूं भुला दिता। हुण इस हालत दे विच क्योंकि रब जिंदगी दे अंदर है ही नहीं, सांझ नहीं, तो उम्र किवें गुजरेगी। हुण जदों समझ आई कि उम्र बतीत जेकर सौखी करनी है तो अकाल पुरख परमात्मा का सिमरन करना जरूरी है। जदों उस रस्ते ते तुर पिया हाँ तो भगत कबीर जी कहंदे हुण लोग कहंदे ने झल्ला हो गया है, ये कमला है। हुण भगत कबीर जी ने आख्या कि तुसीं अपना ख्याल रखो, मेरी टेंशन लैण दी लोड़ नहीं। जिथे भगत रविदास जी दे पावन बचन आपां धन श्री गुरु ग्रंथ साहिब महाराज जी की पावन बाणी दे अंदर पढ़ते हैं, भगत नामदेव जी ने आख्या है मैं बौरी मेरा राम पधार रच रच तां कहो करूं श्रृंगार। बौरी भाव झल्ली, इस्त्री रूप दे विच गल कीती कि मैं अपने पति दी नार बन चुकी हैं। मेरा खसम अकाल पुरख परमात्मा है ते मैं उसकी खातर कमली हो रही हूँ, कमली हो गई। देखो कमलेपन के अंदर भी भगत नामदेव जी कहते सुख है। कमली हुई पर किहदे रंग दे विच? अकाल पुरख परमात्मा के रंग दे विच। रच रच ताको करो श्रृंगार, उसकी खातर मैं कमली हो गई हाँ। उसनों मिल लई मैं भगती दे भले गुणां नूं सोहणे सोहणे श्रृंगार कर रही हाँ। ये श्रृंगार कीता ते भगत नामदेव जी कहते मैं कमली हाँ ते अकाल पुरख परमात्मा मेरा खसम है ते मैं उसकी कंत हाँ। सो खैर भगत कबीर जी ने आख्या मेरे बाबा मैं बौरा सब खलक सयानी मैं बौरा मैं बिगड़ियो बिगड़ै मत औरा। भगत नामदेव जी ने होर कनसैप्ट दे विच गल कीती है ते इत्थे भगत कबीर जी ने आख्या लोकां दे भाणे मैं कमला हाँ, पर भगत कबीर जी ने बाद दस भी दिता है कि कमले असल दे विच है कौन ने। हुण पहली पंक्ति दे अंदर भगत कबीर जी ने फरमाया है विद्या ना परों बाद नहीं जानो, हार गुण कथत सुनत बौरानो। ना परों भाव मैं नहीं पढ़दा, बाद भाव झगड़ा बहस, बहसां दी खातर झगड़ियां दी खातर मैं तुहाडी वाली विद्या नहीं पढ़दा। भगत कबीर जी कह रहे हैं कि लोकां दे नाल बहस करन दे लई मैं तुहाडी विद्या नहीं पढ़दा, मैनूं तां पढ़ाई दी लोड़ नहीं, ना ही मैं धार्मिक बहसां करनियां जानदा हाँ। भाव आत्मिक जीवन वास्ते मैं किसी विद्वता भरी धार्मिक चर्चा की लोड़ नहीं समझदा कि किसी आत्मिक जीवन उच्चा करना है तो मैं विद्वता भरी किसी धार्मिक चर्चा की लोड़ नहीं समझदा कि आत्मिक जीवन उच्चा करने बहस की लोड़ है जा विद्वता विखाउण की लोड़ है। भगत कबीर जी कहते मैनूं लोड़ नहीं, मैनूं ना तुहाड़ियां विद्या की जो पढ़ाई है वो लोड़ है तो ना किसी विद्वता भरी धार्मिक चर्चा की लोड़ है। हर गुण कथत सुनत बौरानो कहते मैं तां अकाल पुरख परमात्मा की सिफत सलाह करन सुन विच मस्त रहना हाँ। मैं अपना काम कर रहा हाँ, ना मैनूं बहसां की लोड़ है,
ਵਿਦਵਤਾ ਭਰੀ ਨਾ ਚਰਚਾ ਦੀ ਲੋੜ ਹੈ। ਮੈਂ ਤਾਂ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਵਿੱਚ ਹਮੇਸ਼ਾ ਮਸਤ ਰਹਿਣਾ ਹਾਂ। ਹਰ ਗੁਣ ਕਥਤ ਸੁਨਤ ਬੌਰਾਨੋ, ਬੌਰਾਨੋ ਕਹਿੰਦੇ ਨੇ ਕਮਲਾ ਜਿਹਾ, ਮੈਂ ਕਮਲਾ ਜਿਹਾ ਰਹਿਣਾ ਹਾਂ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ। ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ, ਮੈਂ ਬਿਗੜਿਓ ਬਿਗੜੈ ਮਤ ਔਰਾ ਰਹਾਉ। ਆਪ ਨਾ ਬੌਰਾ ਰਾਮ ਕੀਓ ਬੌਰਾ, ਸਤਿਗੁਰ ਜਾਰ ਗਇਓ ਭ੍ਰਮ ਮੋਰਾ। ਮੈਂ ਆਪਣੇ ਆਪ ਇਸ ਤਰ੍ਹਾਂ ਦਾ ਕਮਲਾ ਨਹੀਂ ਬਣਿਆ। ਭਗਤ ਕਬੀਰ ਜੀ ਕਹਿੰਦੇ ਨੇ ਮੈਂ ਆਪ ਕਮਲਾ ਨਹੀਂ ਬਣਿਆ, ਇਹ ਤਾਂ ਮੈਨੂੰ ਮੇਰੇ ਪਰਮਾਤਮਾ ਨੇ ਆਪਣੀ ਭਗਤੀ ਵਿੱਚ ਜੋੜ ਕੇ ਕਮਲਾ ਕਰ ਦਿੱਤਾ ਹੈ। ਜਿਹੜੀ ਗੱਲ ਭਗਤ ਨਾਮਦੇਵ ਜੀ ਨੇ ਕੀਤੀ ਹੈ ਨਾ, ਹੁਣ ਇੱਥੇ ਭਗਤ ਕਬੀਰ ਜੀ ਵੀ ਕਹਿ ਰਹੇ ਨੇ ਮੈਂ ਆਪ ਕਮਲਾ ਨਹੀਂ ਹੋਇਆ, ਮੈਨੂੰ ਅਕਾਲ ਪੁਰਖ ਪਰਮਾਤਮਾ ਨੇ ਕੀਤਾ ਹੈ। ਸਤਿਗੁਰ ਜਾਰ ਗਇਓ ਭ੍ਰਮ ਮੋਰਾ, ਤੇ ਮੇਰੇ ਗੁਰੂ ਨੇ ਮੇਰਾ ਭਰਮ ਵਹਿਮ ਸਭ ਸਾੜ ਦਿੱਤਾ, ਮੈਨੂੰ ਕਮਲਾ ਵੀ ਕਰ ਦਿੱਤਾ ਹੈ। ਤੇ ਵਹਿਮ ਭਰਮ ਕਰਮ ਕਾਂਡ ਸਾਰੇ ਜੀਵਨ ਦੇ ਵਿੱਚੋਂ ਸਾੜ ਦਿੱਤੇ ਨੇ। ਤਾਂ ਹੀ ਆਪਾਂ ਬਾਣੀ ਵਿੱਚੋਂ ਪੜ੍ਹਦੇ ਹਾਂ, ਹਿੰਦੂ ਮੁੱਲਾ ਛਾਡੇ ਦੋ ਹਮਰਾ ਝਗੜਾ ਰਾਹ ਨਾ ਕੋ, ਸਭ ਕੁਝ ਛੱਡ ਦਿੱਤਾ। ਭਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਕਮਲਾ ਬਣਾ ਦਿੱਤਾ ਅਕਾਲ ਪੁਰਖ ਪਰਮਾਤਮਾ ਨੇ। ਮੈਂ ਬਿਗੜੇ ਆਪਣੀ ਮਤ ਖੋਈ, ਮੇਰੇ ਭਰਮ ਭੁੱਲੋ ਮਤ ਕੋਈ। ਕਹਿੰਦੇ ਜੇ ਮੈਂ ਕੁਰਾਹੇ ਪਏ ਹੋਏ ਨੇ, ਆਪਣੀ ਅਕਲ ਗਵਾ ਲਈ ਹੈ। ਲੋਕ ਕਹਿ ਰਹੇ ਸੀ ਕਿ ਭਗਤ ਕਬੀਰ ਜੀ ਕਮਲੇ ਹੋ ਗਏ ਨੇ। ਭਗਤ ਕਬੀਰ ਜੀ ਨੇ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ, ਕਹਿੰਦੇ ਜੇ ਮੈਂ ਕੁਰਾਹੇ ਪੈ ਗਿਆ ਹਾਂ, ਜੇਕਰ ਮੈਂ ਕੁਰਾਹੇ ਪਏ ਹੋਏ ਨੇ, ਆਪਣੀ ਅਕਲ ਗਵਾ ਲਈ ਹੈ ਤੁਹਾਡੇ ਹਿਸਾਬ ਦੇ, ਮੈਨੂੰ ਅਕਲ ਨਹੀਂ ਰਹਿ ਗਈ, ਤਾਂ ਲੋਕਾਂ ਨੂੰ ਭਲਾ ਕਿਉਂ ਮੇਰਾ ਇਤਨਾ ਫਿਕਰ ਹੈ? ਲੋਕਾਂ ਨੂੰ ਫਿਕਰ ਕਾਹਦਾ ਹੈ ਮੇਰਾ? ਕਿ ਜੇਕਰ ਮੈਂ ਕਮਲਾ ਹਾਂ, ਮੈਂ ਕੁਰਾਹੇ ਪੈ ਗਿਆ, ਤੁਸੀਂ ਫਿਕਰ ਕਿਉਂ ਕਰਦੇ ਹੋ? ਕਿ ਜੇਕਰ ਕਮਲਾ ਹਾਂ, ਜੇਕਰ ਤੁਹਾਡੇ ਭਾਣੇ ਮੇਰੀ ਅਕਲ ਮਾਰੀ ਗਈ ਹੈ, ਤਾਂ ਕੁਝ ਨਾ ਕੁਝ ਵਿਗੜੇਗਾ ਤਾਂ ਮੇਰਾ ਨੇ ਤੁਹਾਨੂੰ ਥੋੜ੍ਹਾ ਫਰਕ ਪੈ ਰਿਹਾ ਹੈ। ਘਾਟਾ ਮੈਨੂੰ ਜੀਵਨ ਦੇ ਅੰਦਰ ਪੈਣਾ, ਤੁਹਾਨੂੰ ਨਹੀਂ ਪੈਣਾ। ਭਗਤ ਕਬੀਰ ਜੀ ਨੇ ਆਖਿਆ ਮੈਂ ਬਿਗੜੇ ਆਪਣੀ ਮਤ ਖੋਈ, ਮੈਂ ਕੁਰਾਹੇ ਪਏ ਹੋਏ ਨੇ, ਆਪਣੀ ਅਕਲ ਗਵਾ ਲਈ ਹੈ, ਤਾਂ ਲੋਕਾਂ ਨੂੰ ਭਲਾ ਕਿਉਂ ਮੇਰਾ ਫਿਕਰ ਪਿਆ ਹੋਇਆ ਹੈ ਕਿ ਇਹ ਕਮਲਾ ਹੋ ਗਿਆ, ਕੁਰਾਹੇ ਪੈ ਗਿਆ, ਤੁਸੀਂ ਟੈਨਸ਼ਨ ਕਾਹਦੀ ਲੈਂਦੇ ਹੋ? ਮੇਰੇ ਭਰਮ ਭੁੱਲੋ ਮਤ ਕੋਈ, ਕਹਿੰਦੇ ਕੋਈ ਹੋਰ ਧਿਰ ਮੇਰੇ ਵਾਲੇ ਇਸ ਭੁਲੇਖੇ ਵਿੱਚ ਬੇਸ਼ੱਕ ਨਾ ਪਏ। ਜੇਕਰ ਮੈਂ ਕੁਰਾਹੇ ਪਿਆ, ਤੁਸੀਂ ਫਿਕਰ ਨਾ ਕਰੋ, ਤੁਸੀਂ ਆਪਣਾ ਖਿਆਲ ਕਰੋ। ਭਗਤ ਕਬੀਰ ਜੀ ਕਹਿੰਦੇ ਕੋਈ ਦੂਜੀ ਧਿਰ, ਕੋਈ ਦੂਜਾ ਮਨੁੱਖ ਇਸ ਗਲਤ ਰਸਤੇ ਉੱਤੇ ਨਾ ਤੁਰੇ, ਮੈਂ ਟੁਰ ਪਿਆ ਹਾਂ, ਠੀਕ ਹੈ। ਤਾਂ ਹੀ ਭਗਤ ਕਬੀਰ ਜੀ ਨੇ ਆਖਿਆ ਜਿਹ ਮਾਰਗ ਪੰਡਤ ਗਏ, ਪਾਛੈ ਬੜੀ ਵਹੀਰ, ਇੱਕ ਆਓ ਘਟ ਘਾਟੀ ਰਾਮ ਕੀ ਤਿਹ ਚੜ ਰਹੇ ਹੋ ਕਬੀਰ। ਭਗਤ ਕਬੀਰ ਜੀ ਜਿਸ ਰਸਤੇ ਉੱਤੇ ਤੁਰੇ ਨੇ, ਉੱਥੇ ਸਿਰਫ ਇਕੱਲੇ ਹੀ ਨੇ, ਤੇ ਜਿਸ ਰਸਤੇ ਉੱਤੇ ਪੰਡਤ ਗਏ, ਕਰਮ ਕਾਂਡਾਂ ਦੀ ਗੱਲ ਕੀਤੀ, ਕਹਿੰਦੇ ਉੱਥੇ ਵਹੀਰਾਂ ਦੀਆਂ ਵਹੀਰਾਂ ਤੁਰ ਪਈਆਂ। ਤੇ ਭਗਤ ਕਬੀਰ ਜੀ ਕਹਿੰਦੇ ਜੇਕਰ ਤੁਹਾਡੇ ਭਾਣੇ ਰਸਤਾ ਗਲਤ ਹੈ, ਤੁਸੀਂ ਨਾ ਤੁਰੋ, ਤੁਸੀਂ ਤੁਹਾਡੇ ਭਾਣੇ ਜਿਹੜਾ ਸਹੀ ਹੈ ਤੁਸੀਂ ਉਹਦੇ ਉੱਤੇ ਤੁਰ ਪਓ, ਤੁਸੀਂ ਮੇਰੀ ਫਿਕਰ ਨਾ ਕਰੋ। ਮੈਂ ਬਿਗੜੇ ਆਪਣੀ ਮਤ ਖੋਈ, ਮੇਰੇ ਭਰਮ ਭੁੱਲੋ ਮਤ ਕੋਈ, ਸੋ ਬੌਰਾ ਜੋ ਆਪ ਨਾ ਪਛਾਨੈ, ਆਪ ਪਛਾਨੈ ਤਾਂ ਇੱਕ ਹੈ ਜਾਣੈ। ਹੁਣ ਭਗਤ ਕਬੀਰ ਜੀ ਕਹਿੰਦੇ ਨੇ, ਕਹਿੰਦੇ ਲੋਕਾਂ ਨੂੰ ਭੁਲੇਖਾ ਹੈ ਬਹੁਤ ਵੱਡਾ ਕਿ ਪਰਮਾਤਮਾ ਦੀ ਭਗਤੀ ਕਰਨ ਵਾਲਾ ਬੰਦਾ ਝੱਲਾ ਹੁੰਦਾ ਹੈ। ਲੋਕਾਂ ਨੂੰ ਭੁਲੇਖਾ ਹੀ ਹੈ। ਕਹਿੰਦੇ ਝੱਲਾ ਉਹ ਬੰਦਾ ਹੈ ਜੋ ਆਪਣੇ ਅਸਲੇ ਦੀ ਪਹਿਚਾਣ ਨਹੀਂ ਕਰਦਾ। ਆਪਾਂ ਬਾਣੀ ਵਿੱਚੋਂ ਪਾਵਨ ਸ਼ਬਦ ਪੜ੍ਹਦੇ ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਿਸ ਮਨੁੱਖ ਨੇ ਆਪਣੇ ਅਸਲੇ ਦੀ ਪਹਿਚਾਣ ਕੀਤੀ ਹੈ, ਉਹਦਾ ਸੰਸਾਰ ਦੇ ਅੰਦਰ ਆਉਣਾ ਮੁਬਾਰਕ ਹੈ। ਗੁਰੂ ਤੋਂ ਮੱਤ ਲੈ ਕੇ ਜਿਹੜਾ ਮਨੁੱਖ ਜ਼ਿੰਦਗੀ ਦੇ ਅੰਦਰ ਆਨੰਦ ਮਾਣਦਾ ਹੈ, ਗੁਰੂ ਵਾਲਾ ਰੰਗ ਪ੍ਰਾਪਤ ਕਰ ਲੈਂਦਾ ਹੈ, ਉਹਦਾ ਸੰਸਾਰ ਦੇ ਅੰਦਰ ਆਉਣਾ ਮੁਬਾਰਕ ਹੈ। ਭਗਤ ਕਬੀਰ ਜੀ ਨੇ ਆਪਣੇ ਅਸਲੇ ਦੀ ਪਹਿਚਾਣ ਕੀਤੀ, ਗੁਰੂ ਤੋਂ ਮੱਤ ਲਈ, ਤੇ ਲੋਕਾਂ ਨੇ ਆਖਿਆ ਇਹਨੇ ਆਪਣੀ ਮੱਤ ਗਵਾ ਲਈ, ਗਲਤ ਰਸਤੇ ਉੱਤੇ ਤੁਰ ਪਿਆ। ਭਗਤ ਕਬੀਰ ਜੀ ਨੇ ਆਪਣੇ ਅਸਲੇ ਦੀ, ਆਪਣੇ ਮੂਲ ਦੀ ਪਹਿਚਾਣ ਕੀਤੀ, ਲੋਕਾਂ ਨੇ ਕਮਲਾ ਆਖਿਆ। ਅੱਜ ਵੀ ਸੰਸਾਰ ਦੇ ਅੰਦਰ ਇਸ ਤਰ੍ਹਾਂ ਹੁੰਦਾ ਹੈ।
ਜਿਹੜਾ ਮਨੁੱਖ ਸੱਚ ਤੇ ਪਹਿਰਾ ਦਿੰਦਾ ਹੈ, ਲੋਕ ਕਹਿੰਦੇ ਨੇ ਕਮਲਾ ਇਹਨੂੰ ਥੋੜ੍ਹਾ ਪਤਾ ਹੈ। ਜਿਹੜਾ ਮਨੁੱਖ ਝੂਠ ਦਾ ਸਹਾਰਾ ਲੈਂਦਾ ਹੋਵੇ ਨਾ, ਉਹ ਠੀਕ ਹੈ, ਤੇ ਜਿਹੜਾ ਸੱਚ ਬੋਲਦਾ ਹੈ ਉਹ ਲੋਕਾਂ ਦੇ ਭਾਅ ਗਲਤ ਹੈ ਕਿ ਇਹਨੂੰ ਥੋੜ੍ਹਾ ਪਤਾ ਹੈ, ਆਪਦੇ ਕੋਲੋਂ ਹੀ ਗੱਲਾਂ ਕਹਿ ਰਹੇ। ਗੁਰਬਾਣੀ ਕਹਿ ਰਹੀ ਹੈ, ਆਪਦੇ ਕੋਲੋਂ ਕੋਈ ਕੁਝ ਨਹੀਂ ਕਹਿ ਰਿਹਾ। ਹੁਣ ਭਗਤ ਕਬੀਰ ਜੀ ਨੇ ਆਖਿਆ, ਸੋ ਬੌਰਾ ਜੋ ਆਪ ਨਾ ਪਛਾਨੈ, ਆਪ ਪਛਾਨੈ ਤਾਂ ਏਕੈ ਜਾਣੈ। ਹੁਣ ਜਿਹੜੇ ਬੰਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਛੱਡ ਕੇ ਬੁੱਤਾਂ ਨੂੰ ਮੱਥੇ ਟੇਕਦੇ ਹੋਣ, ਬੁੱਤਾਂ ਦਾ ਇਸ਼ਨਾਨ ਕਰਾਉਂਦੇ ਹੋਣ, ਕਮਲੇ ਉਹ ਵਾਲੇ ਨੇ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਮਸਕਾਰ ਕਰਨ ਵਾਲੇ ਨੇ। ਅਸੀਂ ਆਪ ਸਿਆਣੇ ਬੈਠੇ ਹਾਂ ਕਿ ਕਮਲਾ ਬੰਦਾ ਝੱਲਾ ਕੌਣ ਹੈ, ਜਿਹਨੇ ਆਪਣੇ ਅਸਲੀ ਦੀ ਪਹਿਚਾਣ ਹੀ ਨਹੀਂ ਕੀਤੀ। ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਲੱਗਾ ਸੰਸਾਰ ਦੇ ਅੰਦਰ ਆ ਕੇ ਕਿ ਜਿਹਨੇ ਸੰਸਾਰ ਦੇ ਅੰਦਰ ਪੈਦਾ ਕੀਤਾ, ਮੈਂ ਨਮਸਕਾਰ ਸਿਰਫ ਉਸ ਨੂੰ ਕਰਨੀ ਹੈ, ਉਹਨੂੰ ਚੇਤੇ ਕਰਨਾ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੱਥਾ ਟੇਕਣਾ ਹੈ। ਜਿਹੜਾ ਬੁੱਤਾਂ ਨੂੰ ਮੱਥਾ ਟੇਕਦਾ ਰਿਹਾ ਉਹ ਵੀ ਕਹਿੰਦਾ ਹੈ ਕਿ ਬਾਣੀ ਦਾ ਪ੍ਰਚਾਰ ਕਰਨ ਵਾਲਾ ਗਲਤ ਹੈ, ਕਮਲਾ ਹੈ। ਲੋਕ ਵੀ ਪਾਗਲ ਨੇ ਜਿਹੜੇ ਇਹਦੇ ਮਗਰ ਲੱਗੇ ਹੋਏ ਨੇ। ਭਗਤ ਕਬੀਰ ਜੀ ਕਹਿੰਦੇ ਨੇ, ਜਿਹਨੇ ਅਸਲੇ ਦੀ ਪਹਿਚਾਣ ਨਹੀਂ ਕੀਤੀ, ਉਹਦਾ ਸੰਸਾਰ ਦੇ ਅੰਦਰ ਆਉਣਾ ਮੁਬਾਰਕ ਨਹੀਂ, ਉਹਦਾ ਸਮਾਂ ਵਿਅਰਥ ਕਰ ਰਿਹਾ ਹੈ। ਸੋ ਬੌਰਾ ਜੋ ਆਪ ਨਾ ਪਛਾਨੈ, ਭਗਤ ਕਬੀਰ ਜੀ ਕਹਿੰਦੇ ਜਿਸਨੇ ਅਸਲੇ ਦੀ ਪਹਿਚਾਣ ਨਹੀਂ ਕੀਤੀ, ਜਿਹਨੂੰ ਗੁਰਮਤਿ ਦੇ ਮਨਮਤ ਦਾ ਪਤਾ ਨਹੀਂ ਲੱਗਾ, ਭਗਤ ਕਬੀਰ ਜੀ ਕਹਿੰਦੇ ਕਮਲਾ ਅਸਲ ਦੇ ਵਿੱਚ ਉਹ ਹੈ ਭਗਤੀ ਕਰਨ ਵਾਲਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਗੱਲ ਕਰਨ ਵਾਲਾ ਕਮਲਾ ਨਹੀਂ, ਕਮਲਾ ਹੈ ਜਿਹੜਾ ਵਿਰੋਧ ਕਰਦਾ ਹੈ। ਵਿਰੋਧ ਕਰਨ ਵਾਲਾ ਕਮਲਾ ਤੇ ਝੱਲਾ ਹੈ। ਸੋ ਬੌਰਾ ਜੋ ਆਪ ਨਾ ਪਛਾਨੈ, ਆਪ ਪਛਾਨੈ ਤਾਂ ਏਕ ਹੋ ਜਾਣੈ। ਕਹਿੰਦੇ ਜੋ ਆਪਣੇ ਆਪ ਨੂੰ ਪਛਾਣਦਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪ ਪਛਾਨੈ ਤਾਂ ਏਕੈ ਜਾਣੈ। ਜੋ ਆਪਣੇ ਆਪ ਨੂੰ ਪਛਾਣਦਾ ਹੈ, ਬੰਦੇ ਖੋਜ ਦਿਲ ਹਰ ਰੋਜ਼, ਪਤਾ ਲੱਗੇ ਕਿ ਮੈਂ ਹੈ ਕੀ ਹਾਂ, ਗੁਰਸਿੱਖ ਹਾਂ ਜਾਂ ਮਨਮੁਖੀ ਟੁਰਿਆ ਫਿਰਦਾ। ਕਹਿੰਦੇ ਉਹ ਹਰ ਥਾਂ ਇੱਕ ਪਰਮਾਤਮਾ ਨੂੰ ਵਸਦਾ ਜਾਣਦਾ, ਉਹ ਫਰਕ ਨਹੀਂ ਸਮਝਦਾ ਕਿ ਪਿੰਡ ਵਾਲੇ ਗੁਰਦੁਆਰੇ ਦੇ ਵਿੱਚ ਜਾਂ ਦੂਜੇ ਗੁਰਦੁਆਰੇ ਦੇ ਵਿੱਚ, ਉਹ ਹਰੇਕ ਥਾਂ 'ਤੇ ਸਮਝਦਾ ਹੈ ਕਿ ਇੱਕੋ ਹੀ ਚੀਜ਼ ਹੈ। ਆਪ ਪਛਾਨੈ ਤਾਂ ਏਕੈ ਜਾਣੈ, ਅਬੈ ਨਾ ਮਾਤਾ ਸੋ ਕਬੂ ਨਾ ਮਾਤਾ, ਕਹੈ ਕਬੀਰ ਰਾਮੈ ਰੰਗ ਰਾਤਾ। ਜੋ ਮਨੁੱਖ ਇਸ ਜੀਵਨ ਵਿੱਚ ਮਤ ਵਾਲਾ ਨਹੀਂ ਬਣਦਾ, ਉਸਨੇ ਕਦੇ ਵੀ ਨਹੀਂ ਬਣਨਾ ਤੇ ਉਹ ਜੀਵਨ ਅਜਾਈ ਗਵਾ ਲੈਂਦਾ ਹੈ। ਅਬੈ ਨਾ ਮਾਤਾ ਸੋ ਕਬੂ ਨਾ ਮਾਤਾ, ਇਸ ਜਨਮ ਵਿੱਚ ਹੀ। ਕਹਿੰਦੇ ਕਹੈ ਕਬੀਰ ਰਾਮੈ ਰੰਗ ਰਾਤਾ, ਕਹਿੰਦੇ ਭਗਤ ਕਬੀਰ ਜੀ ਪਰਮਾਤਮਾ ਦੇ ਪਿਆਰ ਵਿੱਚ ਰੰਗੀਜ ਕੇ ਆਪਣੇ ਆਪ ਨੂੰ ਪਛਾਣ। ਫਿਰ ਭਗਤ ਕਬੀਰ ਜੀ ਕਹਿੰਦੇ ਨੇ ਪਤਾ ਕਰੋ ਕਿ ਕਮਲਾ ਹੈ ਕੌਣ ਹੈ, ਕਿ ਐਵੇਂ ਨਾ ਲੋਕਾਂ ਨੂੰ ਕਮਲੇ ਕਹੀ ਜਾਓ ਕਿ ਭਗਤੀ ਕਰਨ ਵਾਲਿਆਂ ਨੂੰ ਕਮਲੇ ਤੇ ਮੂਰਖਾਂ ਨੂੰ ਸਿਆਣੇ ਕਹੀ ਜਾਈਏ। ਪਹਿਚਾਨੋ ਕਿ ਅਸਲ ਦੇ ਵਿੱਚ ਕਮਲਾ ਕੌਣ ਹੈ, ਸਿਆਣਾ ਕੌਣ ਹੈ, ਗੁਰਮੁਖ ਕੌਣ ਹੈ, ਮਨਮੁਖ ਕੌਣ ਹੈ। ਆਪ ਪਛਾਨੈ ਤਾਂ ਏਕੈ ਜਾਣੈ, ਅਬੈ ਨਾ ਮਾਤਾ ਸੋ ਕਬੂ ਨਾ ਮਾਤਾ। ਜੋ ਮਨੁੱਖ ਇਸ ਜੀਵਨ ਵਿੱਚ ਮਤ ਵਾਲਾ ਨਹੀਂ ਬਣਦਾ, ਅਕਾਲ ਪੁਰਖ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਨਹੀਂ ਜਾਣਦਾ, ਕਹਿੰਦੇ ਉਹ ਕਦੇ ਵੀ ਨਹੀਂ ਬਣ ਸਕਦਾ। ਫਿਰ ਉਹ ਕਦੇ ਵੀ ਅਕਾਲ ਪੁਰਖ ਪਰਮਾਤਮਾ ਦੇ ਰੰਗ ਵਿੱਚ ਰੰਗੀਜ ਨਹੀਂ ਸਕਦਾ। ਉਹ ਜੀਵਨ ਅਜਾਈ ਗਵਾ ਕੇ ਜਾਂਦਾ, ਜੀਵਨ ਦੀ ਬਾਜੀ ਹਾਰ ਕੇ ਜਾਂਦਾ ਹੈ। ਕਹੈ ਕਬੀਰ ਰਾਮੈ ਰੰਗ ਰਾਤਾ, ਕਬੀਰ ਆਖਦਾ ਹੈ ਕਿ ਪਰਮਾਤਮਾ ਦੇ ਪਿਆਰ ਵਿੱਚ ਰੰਗੀਜ ਕੇ ਆਪਣੇ ਆਪ ਨੂੰ ਪਛਾਣੋ, ਬਾਣੀ ਪੜ੍ਹੋ ਤੇ ਆਪਣੇ ਆਪੇ ਦੀ ਪਹਿਚਾਣ ਕਰੋ, ਤੇ ਨਾਲ ਵੇਖੀਏ ਕਿ ਅਸੀਂ ਕਮਲੇ ਟੁਰੇ ਫਿਰਦੇ ਹਾਂ ਕਿ ਸਿਆਣੇ ਹੋ ਗਏ ਹਾਂ। ਸਾਡੀ ਮੱਤ ਥੋੜ੍ਹੀ ਹੈ। ਬਾਣੀ ਦੇ ਵਿੱਚ ਪਾਤਸ਼ਾਹ ਜੀ ਨੇ ਆਖਿਆ ਹੈ, ਮੇਰੀ ਮੱਤ ਥੋੜ੍ਹੀ ਰਾਮ, ਮੱਤ ਥੋੜ੍ਹੀ ਹੈ, ਗੁਰੂ ਤੋਂ ਮੱਤ ਲੈ ਕੇ, ਗੁਰ ਕੀ ਮੱਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਦੀ ਮੱਤ ਲੈ ਕੇ ਸਮਾਜ ਸੰਸਾਰ ਦੇ ਅੰਦਰ ਵਿਚਰੀਏ। ਗੁਰੂ ਦੀ ਮੱਤ ਜਿਨ੍ਹਾਂ ਦੇ ਕੋਲ ਨਹੀਂ, ਆਪਣੇ ਆਪ ਨੂੰ ਸਿਆਣੇ ਕਹਿਣ ਵਾਲੇ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਡੁੱਬ ਜਾਂਦੇ ਨੇ, ਮਰ ਗਏ ਉਹ ਤਾਂ। ਤੇ ਫਿਰ ਅਸੀਂ ਵੀ ਆਪਣਾ ਧਿਆਨ ਰੱਖੀਏ ਕਿਤੇ ਅਜਾਈ ਨਾ ਸੰਸਾਰ ਦੇ ਵਿੱਚੋਂ ਚਲੇ ਜਾਈਏ। ਵਿਰੋਧ ਕਰਨ ਦੀ ਥਾਂ ਕਿਸੇ ਦਾ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹੀ। ਮੇਰਾ ਵੀ ਕਈ ਕਰਦੇ ਨੇ ਵਿਰੋਧ ਕੀ ਆਪਣੇ ਕੋਲੋਂ ਗੱਲਾਂ ਕਹਿੰਦਾ, ਪਰ ਮੈਂ ਕਹਿੰਦਾ ਮੇਰਾ ਨਹੀਂ, ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਨਿਰਾਦਰੀ ਕਰ ਰਹੇ ਨੇ, ਕਿਉਂਕਿ ਮੈਂ ਆਪਣੇ ਕੋਲੋਂ ਨਹੀਂ, ਨਾਲ ਮੈਂ ਬਹੁਤਾ ਪੱਖ ਇਤਿਹਾਸ ਦਾ ਨਹੀਂ, ਗੁਰਬਾਣੀ ਦੀਆਂ ਪੰਕਤੀਆਂ ਆਪ ਜੀ ਨਾਲ ਸਾਂਝੀਆਂ ਕਰਕੇ ਫਿਰ ਗੱਲ ਕਰਦਾ ਕਿ ਗੁਰਬਾਣੀ ਕਹਿ ਰਹੀ ਹੈ, ਮੈਂ ਆਪਦੇ ਕੋਲੋਂ ਕੁਝ ਨਹੀਂ ਕਹਿ ਰਿਹਾ। ਅਤੇ ਮੇਰਾ ਵਿਰੋਧ ਨਹੀਂ, ਉਹ ਕਿਤੇ ਨਾ ਕਿਤੇ ਗੁਰਬਾਣੀ ਦਾ ਵਿਰੋਧ ਕਰ ਰਹੇ ਨੇ। ਫਿਰ ਜਿੰਨੇ ਅਸੀਂ ਚਾਹੇ ਮਰਜ਼ੀ ਮੱਥੇ ਟੇਕ ਲਈਏ, ਚਾਹੇ ਪਿੰਡ ਤੋਂ ਬਾਹਰ ਜਾ ਕੇ, ਫਿਰ ਕਿਸੇ ਲੇਖੇ ਨਹੀਂ ਜੇਕਰ ਅਸੀਂ ਵਿਰੋਧ ਹੀ ਕਰਦੇ ਰਹੇ। ਆਪ ਬਾਣੀ ਪੜ੍ਹ ਕੇ ਵੇਖੀਏ ਕਿ ਗੁਰਬਾਣੀ ਕਹਿੰਦੀ ਕੀ ਪਈ ਹੈ। ਐ ਨਾ ਕਹੀ ਜਾਏ ਕਿ ਭਾਈ ਸਾਹਿਬ ਦੇ ਕੋਲੋਂ ਕਹਿੰਦੇ ਨੇ। ਭਗਤ ਕਬੀਰ ਜੀ ਨੇ ਆਖਿਆ ਹੈ ਕਿ ਕਮਲਾ ਲੋਕ ਮੈਨੂੰ ਮੰਨਦੇ ਸੀ, ਪਰ ਭਗਤ ਕਬੀਰ ਜੀ ਕਹਿੰਦੇ ਮੈਨੂੰ ਤਾਂ ਰਾਮ ਨੇ ਬੌਰਾ ਤੇ ਕਮਲਾ ਝੱਲਾ ਕੀਤਾ ਆਪਣੇ ਪਿਆਰ ਦੇ ਵਿੱਚ। ਅਤੇ ਭਗਤ ਕਬੀਰ ਜੀ ਕਹਿੰਦੇ ਨੇ ਜਿਹਨੇ ਅਸਲੀ ਦੀ ਪਹਿਚਾਣ ਨਹੀਂ ਕੀਤੀ, ਅਸਲ ਦੇ ਵਿੱਚ ਉਹ ਮਨੁੱਖ ਝੱਲਾ ਹੈ, ਉਹੀ ਮਨੁੱਖ ਕਮਲਾ ਹੈ। ਵਿਦਿਆ ਨਾ ਪਰੋਂ ਬਾਦ ਨਹੀਂ ਜਾਨੋ, ਹਰ ਗੁਣ ਕਥਤ ਸੁਣਤ ਬੌਰਾਨੋ। ਬਹਿਸਾਂ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਜੇਕਰ ਸੱਚ ਦੇ ਰਸਤੇ ਉੱਤੇ ਤੁਰਨਾ ਹੈ, ਇੱਥੇ ਨਾ ਹੀ ਮਨੁੱਖ ਨੂੰ ਬਹਿਸਾਂ ਦੀ ਲੋੜ ਹੈ ਅਤੇ ਨਾ ਹੀ ਕਿਸੇ ਆਤਮਿਕ ਜੀਵਨ ਨੂੰ ਉੱਚਾ ਕਰਨ ਦੇ ਲਈ ਵਿਦਵਤਾ ਭਰੀ ਚਰਚਾ ਦੀ ਲੋੜ ਹੈ। ਇੱਥੇ ਤਾਂ ਸਿਫਤ ਸਲਾਹ ਕਰਨੀ ਪੈਣੀ ਹੈ, ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰਨੀ ਪੈਣੀ ਹੈ, ਤਾਂ ਹੀ ਜੀਵਨ ਸਫਲ ਹੋ ਸਕਦਾ ਹੈ। ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ, ਮੈਂ ਬੌਰਾ ਮੈਂ ਬਿਗੜਿਓ ਬਿਗੜੈ ਮਤ ਔਰਾ। ਆਪਾਂ ਵੀ ਇਹੀ ਜੀਵਨ ਦੇ ਅੰਦਰ ਵਿਚਾਰ ਲੈ ਕੇ ਆਈਏ। ਲੋਕਾਂ ਨੂੰ ਸਮਝਾਉਣ ਦੀ ਲੋੜ ਨਹੀਂ ਕਿ ਤੁਸੀਂ ਆਹ ਕੰਮ ਕਰੋ ਅਤੇ ਆਹ ਕੰਮ ਕਰੋ। ਭਗਤ ਕਬੀਰ ਜੀ ਵਾਲੀ ਗੱਲ ਕਰੀਏ ਕਿ ਸਿਰਫ ਇਹ ਗੱਲ ਕਹਿ ਦਿੱਤੀ ਤੁਸੀਂ ਨਾ ਤੁਰੋ, ਅਸੀਂ ਜਿਸ ਰਸਤੇ 'ਤੇ ਤੁਰ ਪਏ ਹਾਂ ਠੀਕ ਹੈ, ਤੁਹਾਨੂੰ ਚੰਗਾ ਨਹੀਂ ਲੱਗਦਾ, ਤੁਹਾਡੇ ਭਾਣੇ ਕਮਲਾ ਮੈਂ ਪਾਗਲ ਝੱਲਾ ਹਾਂ ਤਾਂ ਠੀਕ ਹੈ, ਤੁਸੀਂ ਨਾ ਤੁਰੋ ਅਤੇ ਤੁਹਾਨੂੰ ਮੇਰੀ ਫਿਕਰ ਕਰਨ ਦੀ ਵੀ ਲੋੜ ਨਹੀਂ ਹੈ। ਆਪਾਂ ਸੱਚ ਦੇ ਰਸਤੇ ਉੱਤੇ ਆਪੋ ਆਪਣੀ ਜ਼ਿੰਮੇਵਾਰੀ ਲਈਏ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਕੀਤੀਆਂ ਵਿਚਾਰਾਂ ਸਾਡੇ ਜੀਵਨ ਦਾ ਆਧਾਰ, ਹਿਰਦਿਆਂ ਦਾ ਸ਼ਿੰਗਾਰ ਬਣ ਜਾਣ। ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਗੁਰੂ ਸਾਹਿਬ ਜੀ ਬਖਸ਼ਣ ਯੋਗ ਨੇ, ਅਣਜਾਣ ਸਮਝ ਕੇ ਬਖਸ਼ ਲੈਣ। ਭਗਤ ਨਾਮਦੇਵ ਜੀ ਨੇ ਆਖਿਆ ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂਕੋ ਕਰੋ ਸ਼ਿੰਗਾਰ। ਇਹ ਸ਼ਿੰਗਾਰ ਅਸੀਂ ਵੀ ਆਪਣੇ ਜੀਵਨ ਦੇ ਅੰਦਰ ਕਰੀਏ ਅਤੇ ਆਖੀਏ ਮੈਂ ਬੌਰੀ ਮੇਰਾ ਰਾਮ ਪਤਾਰ। ਅਸੀਂ ਵੀ ਆਖੇ ਕਿ ਅਸੀਂ ਅਕਾਲ ਪੁਰਖ ਪਰਮਾਤਮਾ ਦੀਆਂ ਨਾਰਾਂ ਹਾਂ, ਉਹ ਸਾਡਾ ਕੰਤ ਹੈ, ਅਤੇ ਅਸੀਂ ਖਸਮ ਨੂੰ ਮਨਾਉਣ ਦੀ ਖਾਤਰ, ਆਪਣੇ ਪਤੀ ਨੂੰ ਰਿਝਾਉਣ ਦੀ ਖਾਤਰ ਕਮਲੀਆਂ ਹੋ ਗਈਆਂ ਹਾਂ, ਅਤੇ ਉਹਦੇ ਗੁਣਾਂ ਦਾ ਹੁਣ ਆਪਣੇ ਸਰੀਰ ਆਪਣੇ ਤਨ ਦੇ ਉੱਤੇ ਸ਼ਿੰਗਾਰ ਕਰ ਰਹੀਆਂ। ਚੰਗੇ ਗੁਣਾਂ ਦਾ ਸ਼ਿੰਗਾਰ ਕਰੀਏ। ਅਖੀਰ ਦੇ ਵਿੱਚ ਫਤਿਹ ਪ੍ਰਵਾਨੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ